कि सरंगी के उत्ते अदबोजे कितना बजदे आ। पर ਉਹਦੇ ਤੋਂ ਪਹਿਲਾਂ मैं थोड़ा ਜਿਹਾ टाइम लवांगा कुछ काम ਦੀਆਂ ਗੱਲਾਂ ਇਹ ਗੱਲਾਂ ਸਾਰੀਆਂ ਭੈਣਾਂ ਦੇ ਸੁਣਨ ਵਾਲੀਆਂ ਨੇ। ਬੀਬੀਓ ਭੈਣੋ ਅਸੀਂ ਪੂਰੀ ਦੁਨੀਆ ਦੇਖੀ ਆ। ਨਿਊਜ਼ੀਲੈਂਡ ਦੁਨੀਆ ਦੇ ਵਿੱਚ ਸਭ ਤੋਂ ਅਖੀਰ ਦੇ ਉੱਤੇ ਸ਼ਬਦਾ ਇਸ ਦਾਤੇ ਦੀ ਕਿਰਪਾ ਨਾਲ ਸ਼ਬਦ ਦੀ ਕਿਰਪਾ ਨਾਲ ਗੁਰੂ ਦੀਆਂ ਰਹਿਮਤਾਂ ਤੇ ਝਾੜੀਆਂ ਸੀਸਾਂ ਨਾਲ ਸਾਰੀ ਦੁਨੀਆ ਘੁੰਮ ਰਹੀ ਆ। ਕਿਸੇ ਗੱਲ ਦੀ ਕੋਈ ਨਹੀਂ ਇਹੋ ਜੀ ਬੜੀ ਮਹਾਰਾਜ ਦੀ ਕਿਰਪਾ ਹੈ। ਯਤਨ ਕਰਿਆ ਕਰੋ। ਕਿਸੇ ਨੇ ਕਿਹਾ ਸੀ ਦਾਤਾ ਜੀ ਰੱਬ ਵੇਖਣਾ ਰੱਬ ਤੇ ਗੁਰੂ ਮਹਾਰਾਜ ਕਹਿੰਦੇ ਆਓ ਬੱਚਿਓ ਤੁਹਾਨੂੰ ਰੱਬ ਨੂੰ ਖਾਈਏ। ਉਹ ਮਹਾਰਾਜ ਦੇ ਕੋਲ ਆ ਗਿਆ ਲੋਕ ਜਿਹੜੇ ਰੱਬ ਵੇਖਣ ਦੇ ਇਸ਼ਕ ਸੀ। ਕਹਿੰਦੇ ਦਾਤਾ ਜੀ ਕਿੱਥੇ ਆ ਰੱਬ? ਮਹਾਰਾਜ ਨੇ ਵੇਖਦਾ ਝਾੜਿਆਂ ਨੂੰ ਸੰਗਤ ਬੈਠੀ ਸੀ ਇਸ਼ਾਰਾ ਕਰਕੇ ਕੀਤਾ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਕਹਿੰਦੇ ਜਿਹਨੇ ਰੱਬ ਵੇਖਣਾ ਨਾ ਉਹ ਗੁਰੂ ਚਰਨਾਂ ਵਿੱਚ ਬੈਠੀ ਆ ਸੰਗਤ ਦੇਖ ਲਓ। ਤੀਜੇ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੀ ਇਹ ਵਿਸ਼ਵ ਸੰਸਾਰ ਤੁਮ ਦੇਖਦੇ ਇਹੋ ਹੀ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ। ਤੇ ਤੁਸੀਂ ਰੱਬ ਦਾ ਰੂਪ ਬਣ ਕੇ ਬੈਠੇ ਹੋ। ਸਾਧ ਸੰਗਤ ਕਹਿੰਦੇ ਕਿਨੂੰ ਆ ਸਤ ਸੰਗਤ ਕੈਸੀ ਜਾਣੀ ਜਿੱਥੇ ਏਕੋ ਨਾਮ ਬਖਾਣੀ। ਐਸੇ ਆਲਿਆਂ ਦੇ ਕੋਲੋਂ ਬੰਦੇ ਦਾ ਜੀਵਨ ਕੀ ਹੈ ਸਿੱਖੀ ਸਿੱਖਿਆ ਗੁਰ ਵਿਚਾਰ। ਜਿੱਥੇ ਮੌਕਾ ਮਿਲੇ ਜਿੱਥੇ ਕੋਈ ਚੰਗਾ ਬੰਦਾ ਮਿਲੇ ਉਹਦੇ ਚਰਨ ਫੜਦਾ ਭਾਈ ਮੈਨੂੰ ਕੋਈ ਕੰਮ ਦੀ ਗੱਲ ਦੱਸ ਕੇ ਜਾ ਜੀਵਨ ਦੇ ਵਿੱਚ ਤਰੱਕੀ ਹੋਵੇਗੀ। ਅਸੀਂ ਇਦਾਂ ਹੀ ਸਾਰਾ ਕੁਝ ਸਿੱਖ ਲਿਆ। ਲਓ ਜੀ ਚੱਲ ਗਏ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਪੁੱਤਰ ਦੀ ਜੰਗ ਲੈ ਕੇ ਅੰਮ੍ਰਿਤਸਰ ਤੋਂ ਚੱਲ ਪਏ। ਪਹਿਲਾਂ ਤਰਨ ਤਾਰਨ ਪੜਾ ਕੀਤਾ।
ਤਰਨਤਾਰਨ ਸਾਹਿਬ ਦੀ ਪਾਵਨ ਧਰਤੀ ਤੋਂ ਦੂਜਾ ਆਪਣਾ ਗੋਇੰਦਵਾਲ ਸਾਹਿਬ ਕੀਤਾ। ਬੜੇ ਪੁੰਨਦਾਨ ਕੀਤੇ ਮਹਾਰਾਜ ਨੇ। ਗੋਇੰਦਵਾਲ ਸਾਹਿਬ ਤੋਂ ਚੱਲ ਕੇ 21 ਬੇੜੇ ਸੀ ਇੱਥੇ, ਇਹ ਸ਼ੇਰਸ਼ਾਹ ਸੂਰੀ ਮਾਰਗ ਦਿੱਲੀ ਤੋਂ ਲਾਹੌਰ ਇਹ ਸੀ। ਉਹ ਅੰਗਰੇਜ਼ਾਂ ਨੇ ਉਧਰ ਜਲੰਧਰ ਵਾਲੀ ਕਰਕੇ ਤੇ ਸਾਨੂੰ ਇਧਰ ਕੱਟ ਆਊਟ ਕਰ ਦਿੱਤਾ। ਨਹੀਂ ਤੇ ਪਹਿਲਾਂ ਇੱਥੋਂ ਦੀ ਸਾਧ ਸੰਗਤ ਜੀ ਫਲੌਰ ਤੋਂ ਸਿੱਧਾ ਹੀ ਨੂਰ ਮਹਿਲ ਜਿੱਥੇ ਵੱਡੇ ਵੱਡੇ ਕਿਲੇ ਬਣੇ ਤੇ ਉੱਥੋਂ ਇਹ ਸ਼ੇਰਸ਼ਾਹ ਸੂਰੀ ਮਾਰਗ 21 ਬੇੜੇ ਪੈਂਦੇ ਸੀ। ਬੇੜਿਆਂ ਦੇ ਰਾਹੀਂ ਦਰਿਆ ਪਿਆਸਾ ਪਾਰ ਕਰਕੇ ਮਹਾਰਾਜ ਆ ਗਿਆ ਸੁਲਤਾਨਪੁਰ ਲੋਧੀ। 20 ਭਾਦੋਂ ਵਾਲੀ ਰਾਤ ਜਿਹੜੀ ਹੈ ਨਾ, ਇਹ ਸਤਿਗੁਰਾਂ ਨੇ ਕਦੇ ਚੇਲਿਆਂ ਵਾਲਾ ਚੌਂਕ ਜਾਇਓ, ਆਪਾਂ ਬੇਰ ਸਾਹਿਬ ਜਾਂਦੇ ਆ ਮੱਥਾ ਟੇਕ ਕੇ ਮੁੜੇ ਆਉਂਦੇ ਆ। ਕਦੇ ਅੰਤਰਜਾਮਤਾ ਨਹੀਂ ਗਏ, ਕਦੇ ਹੱਟ ਸਾਹਿਬ ਨਹੀਂ ਗਏ, ਕਦੇ ਸੰਤ ਘਾਟ ਨਹੀਂ ਗਏ, ਕਦੇ ਬੇਬੇ ਨਾਨਕੀ ਦੇ ਘਰ ਨਹੀਂ ਗਏ, ਕਦੇ ਕੋਠੜੀ ਸਾਹਿਬ ਨਹੀਂ ਗਏ। ਜਿਹਨਾਂ ਗੁਰੂ ਘਰਾਂ ਵਿੱਚ ਜਾਈਏ ਤੇ ਸਾਨੂੰ ਇਤਿਹਾਸ ਦਾ ਪਤਾ ਹੋਵੇ ਨਾ। ਚੇਲਿਆਂ ਵਾਲੇ ਚੌਂਕ ਵਿੱਚ ਇੱਕ ਗੁਰਦੁਆਰਾ ਹੈ, ਉਹਦਾ ਨਾਮ ਹੈ ਸੇਰਾ ਸਾਹਿਬ। ਵਾਹ ਵਾਹ। ਪੰਚਮ ਗੁਰਦੇਵ ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜਾ ਸੇਰਾ ਬੰਦਾ ਸੀ ਉੱਥੋਂ ਬਣ ਕੇ ਨਹੀਂ ਸੀ ਤੁਰੇ। 20 ਭਾਦੋਂ ਵਾਲੀ ਰਾਤ ਇੱਥੇ ਕੱਟ ਕੇ ਸਾਰੀ ਰਾਤ ਰਹਿਣ ਸਬਾਈ ਕੀਰਤਨ। ਅੰਮ੍ਰਿਤ ਵੇਲੇ ਵੇਈ ਵਿੱਚ ਇਸ਼ਨਾਨ ਕਰਕੇ ਬਰਾਤੀਆਂ ਨੇ, ਬਾਬਾ ਬੁੱਢਾ ਜੀ ਵਰਗੇ ਗੁਰਸਿੱਖਾਂ ਨੇ, ਲਓ ਜੀ ਫਿਰ ਚੇਲਿਆਂ ਵਾਲਾ ਚੌਂਕ ਗੁਰਦੁਆਰਾ ਸੇਰਾ ਸਾਹਿਬ ਵਾਲੀ ਜਗ੍ਹਾ ਲਾ ਕੇ ਦਰਬਾਰ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਪਿਆ ਭੋਗ ਅਰਦਾਸ ਹੋਈ, ਕੜਾ ਪ੍ਰਸ਼ਾਦੇ ਗੱਫੇ ਵੰਡੇ ਤੇ ਫਿਰ ਮਹਾਰਾਜ ਨੇ ਫਲੌਰ ਦੇ ਲਾਗੇ 8 ਮੀਲ ਲੈਂਦੇ ਬੰਨੇ ਦਰਿਆ ਸਤਲੁਜ ਦੇ ਕੰਢੇ ਦੇ ਉੱਤੇ ਇੱਕ ਪਿੰਡ ਹੈ ਮਾਓ ਸਾਹਿਬ। ਇੱਥੇ ਇੱਕ ਬੜਾ ਅਮੀਰ ਬੰਦਾ ਕਿਸ਼ਨ ਚੰਦ ਰਹਿੰਦਾ ਸੀ। ਕਰਮਾ ਵਾਲਿਓ ਉਹਦੀ ਧੀ ਗੰਗਾ, ਸਾਡੇ ਪੰਜਵੇਂ ਸਤਿਗੁਰਾਂ ਦੇ ਮਹਿਲ ਧੰਨ ਧੰਨ ਮਾਤਾ ਗੰਗਾ ਜੀ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਵਰਗਾ ਪੁੱਤਰ ਆਪਾਂ ਨੂੰ ਕੌਮ ਨੂੰ ਦਿੱਤਾ। ਉਹਦੇ ਵਰਗਾ ਕੌਣ ਦੁਨੀਆ ਤੇ ਹੋ ਸਕਦਾ। ਸਾਧ ਸੰਗਤ ਜੀ 7.25 ਫੁੱਟ ਉੱਚੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 2 ਘੋੜੇ ਚੱਲਦੇ, 7.5 ਮਣ ਭਾਰ ਤੇ ਵੱਡਿਆਂ ਵੱਡਿਆਂ ਦੁਸ਼ਟਾਂ ਦੇ ਮਹਾਰਾਜ ਨੇ ਛੱਕੇ ਛਡਾ ਦਿੱਤੇ। ਚੰਦੂ ਵਰਗਿਆਂ ਦੇ ਧੌਣ ਤੇ ਗੋਡਾ ਦੇ ਕੇ ਨੱਕ ਵਿੱਚ ਨਕੇਲ ਪਾਈ, ਲੱਲਾ ਬੇਗ ਵਰਗਿਆਂ ਦੀਆਂ ਬੈਠਕਾਂ ਕਢਾ ਦਿੱਤੀਆਂ ਤੇ ਮੁਖਲਸਖਾਂ ਵਰਗਿਆਂ ਦੇ ਟੁਕੜੇ ਟੁਕੜੇ ਕਰ ਦਿੱਤੇ। ਅਗਰ ਇਹੋ ਜਿਹੀਆਂ ਮਾਵਾਂ ਇਹੋ ਜਿਹਾ ਪੁੱਤਰ ਧਰਤੀ ਦੇ ਉੱਤੇ ਪੈਦਾ ਨਾ ਕਰਦੀਆਂ ਤੇ ਇਹ ਧਰਤੀ ਆ ਜੀ ਜਿਹੜੀ ਇਹ ਮੁਗਲਾਂ ਨੇ ਇੱਥੇ ਬਾਂਗਾ ਦੇਣੀਆਂ ਸੀ, ਕਾਜ਼ੀਆਂ ਨੇ। ਸਾਧ ਸੰਗਤ ਜੀ ਇੱਥੇ ਉਸ ਮਾਤਾ ਗੰਗਾ ਦੇ ਭਰਾ ਛੇਵੇਂ ਗੁਰਾਂ ਦੇ ਨਾਨਕੇ ਮਹਾਰਾਜ ਕਹਿੰਦੇ ਆਓ ਵੀ ਭਾਈ ਹੁਣ ਤੁਹਾਡੀ ਵਾਰੀ ਆ। ਚੇਲਿਆਂ ਵਾਲਾ ਚੌਂਕ ਵਿੱਚ ਬੰਨ ਕੇ ਸਿਰੇ ਡੱਲਾ ਸਾਹਿਬ ਸੁਨੇਹਾ ਭੇਜ ਦਿੱਤਾ। ਸੰਗਤਾਂ ਨੇ 1-1 ਫੁੱਟ ਉੱਤੇ ਫੁੱਲ ਵਿਛਾ ਦਿੱਤੇ। ਹਜ਼ਾਰਾਂ ਸੰਗਤਾਂ ਹੱਥ ਜੋੜ ਵਾਹਿਗੁਰੂ ਦਾ ਜਾਪ ਕਰਦੀਆਂ। ਅੱਜ ਰੱਬ ਨੇ ਆਪਣੇ ਪੁੱਤਰ ਦੀ ਜੰਜ ਲੈ ਕੇ ਆਉਣਾ। ਵੇਖੋ ਕਿੱਡੇ ਵੱਡੇ ਭਾਗ ਆ ਤੇ 10 ਗੁਰੂਆਂ ਦਾ ਸਰੂਪ ਹੈ ਜਾਗਦੀ ਜੋਤ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨੇ ਇਹਦੇ ਦਰਸ਼ਨ ਕਰ ਲੈ, ਜਿਨੇ ਇਹਦੇ ਗੁਰੂ ਕੀ ਸੰਗਤ ਚੌਰ ਸਾਹਿਬ ਦੀ ਸੇਵਾ ਕਰ ਲਈ, ਜਿਨੇ ਇਹਦੀ ਗੋਦੀ ਵਿੱਚ ਬਹਿ ਕੇ ਆਨੰਦ ਲੈ ਲਿਆ, ਉਹਦਾ ਦੁਨੀਆ ਤੇ ਆਉਣਾ ਸਫਲ ਹੋ ਗਿਆ। ਫਿਰ ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਲਓ ਜੀ ਇੱਥੋਂ 12 ਵਜੇ ਸੇਰੇ ਬਣ ਕੇ ਬਰਾਤ ਤੁਰੀ ਆ ਤੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਖੁਸ਼ੀਆਂ ਦੇ ਗੀਤ ਗਾਉਂਦਿਆਂ, ਕੋਈ ਸੁਖਮਨੀ ਪੜ੍ਹ ਰਿਹਾ, ਕੋਈ ਜਪਜੀ ਪੜ੍ਹ ਰਿਹਾ, ਕੋਈ ਸਾਧ ਸੰਗਤ ਜੀ ਵਾਹਿਗੁਰੂ ਦੀ ਵੇਖੋ ਕਿੰਨੀ ਕਿਰਪਾ ਹੈ। ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰ ਰਿਹਾ, ਢੋਲਕੀਆਂ ਚਮਟੇ ਵੱਜਦੇ ਜਾ ਰਹੇ ਆ। ਨਗਰ ਡੱਲੇ ਵਿੱਚ ਜੰਝ ਦਾ ਤਾਰਾ ਹੋਇਆ, ਮਿਲਣੀ ਦੀ ਰਸਮ ਕੀਤੀ ਗਈ, ਪੰਗਤਾਂ ਲੱਗ ਗਈਆਂ, ਭਾਂਤ ਭਾਂਤ ਦੇ ਪਦਾਰਥ ਮਠਿਆਈਆਂ ਵਰਤਾਈਆਂ ਗਈਆਂ, ਚਾਹ ਪਾਣੀ ਛਕ ਲਿਆ। ਗੁਰੂ ਅਰਜਨ ਦੇਵ ਜੀ ਕਹਿੰਦੇ ਸੱਤਾ ਤੇ ਬਲਵੰਡਾ ਜੀ ਕੀਰਤਨ ਆਰੰਭ ਕਰੋ। ਮਹਾਰਾਜ ਬਹਿ ਗਏ ਜੰਝ ਘਰ ਦਰਬਾਰ ਲਾ ਕੇ, ਕੀਰਤਨ ਆਰੰਭ ਹੋ ਗਿਆ। ਸਮਾਪਤੀ ਹੋਈ, ਭੋਗ ਪਿਆ। ਜਿਹੜੀ 84 ਪਿੰਡਾਂ ਦੀ ਕਮੇਟੀ ਸੀ ਨਾ, 11 ਬੰਦੇ, ਉਹਨਾਂ ਵਿੱਚੋਂ 2 ਬੰਦੇ, ਉਹਨਾਂ 11 ਬੰਦਿਆਂ ਨੇ ਇੱਕ ਪਿੰਡ ਚੋਂ 2 ਬੰਦੇ ਦੇ ਦਿੱਤੇ ਤੇ ਹੁਣ 84 ਨੂੰ 2 ਨਾਲ ਗੁਣਾ ਕਰ ਲਓ, 168 ਬੰਦੇ ਬਣਦੇ ਆ। ਵੱਡੀਆਂ ਉਮਰਾਂ ਦੇ ਉਹ ਸਾਡੇ ਬਾਪੂ ਕਹਿੰਦੇ ਰੱਬ ਆਪਣੇ ਪੁੱਤਰ ਨੂੰ ਵਿਆਹਣ ਆਇਆ ਨਗਰ ਡੱਲੇ ਵਿੱਚ, ਇਲਾਕੇ ਵਾਸਤੇ ਗੁਰੂ ਅਰਜਨ ਦੇਵ ਜੀ ਦੇ ਕੋਲੋਂ ਕੁਝ ਮੰਗ ਲਈਏ। ਉਹਨਾਂ ਹੱਥ ਜੋੜ ਕੇ ਆਖਿਆ ਦਾਦਾ ਇਹ ਦੋਨੇ ਦਾ ਇਲਾਕਾ ਹੈ, ਪੁੱਤਰ ਨੂੰ ਵਿਆਹਣ ਆਏ ਹੋ। ਗੇਟ ਠਾਰ ਦੀਆਂ ਧੁੱਪਾਂ ਪੈਂਦੀਆਂ, ਖੂਹਾਂ ਦਾ ਪਾਣੀ ਸੁੱਕ ਜਾਂਦਾ, ਰਹਿਮਤ ਦੇ ਘਰ ਵਿੱਚ ਆਓ। ਇਹੋ ਜਿਹਾ ਪੁੱਤਰ ਦੇ ਵਿਆਹ ਦੀ ਯਾਦਗਾਰ ਤੀਰਥ ਬਣਾਓ ਕਿ ਤੀਰਥ ਵੀ ਬਣ ਜਾਵੇ ਤੇ ਪਾਣੀ ਦੀ ਕਮੀ ਵੀ ਨਾ ਆਵੇ। ਕਹਿਣ ਤੋਂ ਭਾਵ ਕਿ ਆਪਣੇ ਨਾਨਾ ਗੁਰੂ ਅਮਰਦਾਸ ਜੀ ਵਾਂਗੂ ਨਗਰ ਡੱਲੇ ਵਿੱਚ ਵੀ ਬੌਲੀ ਬਣਾ ਦਿਓ। ਗੱਜ ਕੇ ਆਖੋ ਸਤਨਾਮ। ਲਓ ਮੇਰੇ ਕੋ ਭੈਣੋ ਹੁਣ ਇੱਕ ਗੱਲ ਧਿਆਨ ਨਾਲ ਸੁਣਿਓ, ਤੁਹਾਡੇ ਸੁਣਨ ਵਾਲੀ ਗੱਲ ਆ। ਦੁਨੀਆ ਦਾ ਕੋਈ ਵੀ ਬੰਦਾ ਆਪਣੇ ਪੁੱਤਰ ਨੂੰ ਵਿਆਹਣ ਜਾਂਦਾ ਆ, ਕਈ ਵਾਰੀ ਕਈ ਬੰਦੇ ਸਾਨੂੰ ਸਵਾਲ ਕਰ ਦਿੰਦੇ ਆ, ਮੇਜਰ ਸਿਆਂ ਇਹ ਜਿਹੜੇ ਲੋਕ ਲੜਕੇ ਦਾ ਪਿਤਾ ਗੁਰੂ ਘਰ ਵਿੱਚ ਕੋਈ 2100 ਕੋਈ 5200 ਕੋਈ 1100 ਜਾਂ ਕੋਈ 10000 ਕੋਈ ਲੱਖ ਰੁਪਈਆ ਵੀ ਦੇ ਜਾਂਦਾ, ਇਹ ਪਰੰਪਰਾ ਕਿੱਥੋਂ ਚੱਲੀ?
मैं क्या गुरु नानक देव जी महाराज सच्चे पातशाह के आनंद कारज तो चली आ। जब गुरु नानक देव जी भी जंग गई सी ना बटाले, उन्होंने पिता जी बड़े अमीर सी, बड़े बड़े अफसर, राय बलाल 58 पिंडा का मालक सी ते गुरु नानक देव जी के पिता नूं पटवारी असीं कह दिता है, पर बहुत वड्डी पोस्ट वड्डे वजीर सी साध संगत जी। इस करके गुरु नानक देव जी की नौकरी बड़ी बड़ी सी, माल अफसर सी गुरु नानक देव जी उस वेले दौलत खाने मोदी खाने ने। इस करके उन्होंने पिता ने उथे बटाले अपने पुत्र के विआह की खुशी में बड़ा प्रदान किया, बड़ियां यादगारां कायम कीतियां। इसे तरह ही अगे परंपरा चली। अज सतगुरु अर्जन देव जी महाराज सच्चे पातशाह दे कोलों संगतां ने मंग मंगी आ, दाता जी को तीर्थ बनाओ। महाराज उठे सत करतार कह के जिथे जंज घर बनिया भाई लालू जी के गुरुद्वारे दे कोल अपने बच्चों को लेके जाओ, वो तीर्थ के दर्शन करो। महाराज उठों उठ के आ गए बौली साहब, 2.5 किलियां दी विथ उत्ते सत करतार कह के मोड़ी गड़ दी। अरदास की गई, बाबा बुढ़ा जी वर्गे भाई गुरदास जी वर्गे भाई पहलो साधो भाई मंझ बाबा बिनी चंद वर्गे गुरु दे प्यारे ब्रह्म ज्ञानी महाराज दे आले दुआले खलोते आ। हजारां संगतां खलोतियां, कई दा प्रबंध किया गया। सत करतार कह के पहला टप गुरु महाराज ने आप लाया। जिहड़ी मैं काम दी गल तुहाडे नाल बीबियां नाल करनी चाहुंदा, जदों हरिमंदर साहिब जांदे ना आपां सारे, दर्शनी डेड़ी दे कोल जिहड़ी बेरी आ ना ओनू कहंदे लाची बेर। ਉਹਨੂੰ ਨਿੱਕੇ ਨਿੱਕੇ ਲਾਚੀਆਂ ਵਰਗੇ ਬੇਰ ਲੱਗਦੇ, ਉਹਦਾ ਨਾਮ ਲਾਚੀ ਬੇਰ ਪੈ ਗਿਆ ਇਤਿਹਾਸ ਵਿੱਚ। ਸਹੀ ਮੈਨੇ ਵਿੱਚ ਉਹ ਬੇਰੀ ਜਿਹੜੀ ਹੈ ਨਾ, ਉਹ ਬ੍ਰਹਮ ਗਿਆਨੀ ਭਾਈ ਸਾਧੂ ਜੀ ਦੀ ਬੇਰੀ ਆ। ਭਾਈ ਸਾਧੂ ਜੀ ਦਾ ਸਰੀਰ ਭਾਰਾ ਸੀ, ਉਮਰ ਵੱਡੀ ਸੀ, ਬਜ਼ੁਰਗ ਹੋ ਗਏ। ਗੁਰੂ ਅਰਜਨ ਦੇਵ ਜੀ ਕਹਿੰਦੇ ਬਾਬਾ ਸਾਧੂ ਜੀ ਹੁਣ ਤੁਸੀਂ ਸੇਵਾ ਕਰਿਆ ਨਾ ਕਰੋ, ਤੁਸੀਂ ਬਹੁਤ ਸੇਵਾ ਕਰਨੀ ਆ, ਬੇਰੀ ਥੱਲੇ ਮੰਜਾ ਡਾਲੋ, माड़ा फेरिया करो ते संगतां कोलों सेवा करवाया करो। गज के आखो सतनाम श्री वाहिगुरू। जदों हरिमंदर साहिब बनदा सी ना मेरे को भैणो, ये तुहाडे लिया बच्चियां नूं दस्सिओ कि कोई वीर आया सी, कोई काम दी गल कर गया। महाराज कहंदे आपां इट्टां जड़ियां भट्ठियां तो मुੱਲ नहीं लियाउणीਆਂ। सतगुरु जी फिर कित्थों आउणगीਆਂ? कहंदे आपां भट्ठे ही अपने ला लेने आ, इट्टां पकाउण लई बालन चाहीदा सी। ओ बाबा ब्रह्म ज्ञानी बाबा साधो मंजे तो उठिया, गड्डे ते बह गया, मजीठे नूं जांदिया राह दे विच अमृतसर तो मजीठे नूं जांदिया बहुती दूर नहीं, अमृतसर तो 8 मील दी दूरी ते पिंड आ पंडोरी वड़ैया च। मैं इतिहास चों पढ़िया सी, मैं क्या वाहिगुरू कदे उत्थे सेवा करन दा मौका देवेगा। जिथे बाबे साधो ने पाथीआं वंडे मावां नूं पुੱਤਰ वंड दित्ते सी, पंडोरी वड़ैया चों सानूं सदा आ गया। उसे साल ही बाबा जी कृपा हो गई, उसे जगह तो सदा आ गया। सज विआहियां हत्थां विच चूड़े, सगना दी मेहंदी, जड़ियां मावां सी अपनियां सस्सां नौहां दे सिरां दे उत्ते पाथीआं दे टोकरे चक के लैणा ला के तुरियां होण। उत्थे जिन्ना लंगर पकदा पाथीआं ना पकदा। मैं कहा बाबा जी इतिहास चों ते पढ़िया सी, पर अज अखां नाल नज़ारा देख लिया। कहानी सुणाओ। कहंदे बाबा साधो जी गड्डे धोतरे पंडोरी वड़ैंच पिंड दीआं गलियां विच साधु भज्जा फिरदा। कहंदा आ जाओ बीबीओ, पाथीआं वटे पुੱਤਰ लै जाओ। महाराज ने इट्टां पकाउणीਆਂ बालन दी लोड़ आ ते ਤੁਹਾਨੂੰ ਪੁੱਤਾਂ ਦੀ ਲੋੜ ਆ। ਮਾਵਾਂ ਨੂੰ ਪੁੱਤ ਪਿਆਰੇ ਹੁੰਦੇ ਆ। ਵੇਖ ਲਾ ਗੁਰੂ ਨਾਨਕ ਦਾ ਘਰ, ਮਾਵਾਂ ਪਾਥੀਆਂ ਦੇ ਟੋਕਰੇ ਲਈ ਹੁਣ ਬਾਬਾ ਸਾਧੋ ਜੀ ਪੁੱਤਰ ਵੰਡੀ ਜਾਣ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਚੁਗਲਖੋਰ ਨੇ ਗੁਰੂ ਅਰਜਨ ਦੇਵ ਜੀ ਦੇ ਕੋਲ ਚੁਗਲੀ ਲਾਈ, ਕਹਿੰਦੇ ਦਾਤਾ ਉਹ ਤੁਹਾਡਾ ਘੱਲਿਆ ਹੋਇਆ ਸਾਧੋ ਪਾਥੀਆਂ ਵਟੇ ਪੁੱਤਰ ਵੰਡੀ ਜਾਂਦਾ। ਤੇ ਸਤਿਗੁਰੂ ਕਦੇ ਆਪਣੇ ਸਿੱਖਾਂ ਦੀ ਨਰਾਦਰੀ ਸੁਣ ਕੇ ਸਹਾਰਦੇ ਨਹੀਂ। महाराज ने निंदक चुगलखोर नूं बाहों फड़ लिया। अज जिहदा घरे जोर नहीं ना चलदा, वो कहंदा गुरुद्वारे ग्रंथी उत्ते गुस्सा जाके कढ के आउणे आ। ध्यान दिओ जरा, ग्रंथी दी पदवी की हुंदी आ। गुरु अर्जन देव जी कहंदे असीं बाबे साधो नूं गुरु नानक दे घर दा भंडारी बनाया। गुरु नानक दे खजाने दी चाबी ओनूं दित्ती आ। वो गुरु नानक दे घर दा भंडारी आ। भावें वो पाथीआं वटे पुੱਤਰ वंड देवे, भावें मुफ्त वंड देवे, भावें जिद्दां मर्जी वंड देवे, वो दात ओनूं दे दित्ती आ। मावां नूं पुੱਤਰ प्यारे ने अज भी अपनियां सज विआहियां नौहां दे सिरां उत्ते हथी पक्कीआं पाथीआं लैके उत्थे चढ़दियां। बाबा साधो जी गड्डे लद के लैके आ गए। गुरु अर्जन देव जी बड़े खुश होए। कहंदा दाता पाथीआं लै आया ते पुੱਤਰ वंडे आया। गज के आखो सतनाम। महाराज कहंदे तू बड़ा चंगा कीता। लो हुण अगली गल सुन लो।